ਇੱਕ ਵਾਰੀ ਦੀ ਗੱਲ ਹੈ, ਇੱਕ ਮੈਂ ਹੋਰ ਤੁਹਾਨੂੰ ਕਥਾ ਸੁਣਾਨਾ। ਇੱਕ ਸੰਤ ਸੀ ਵਰਿੰਦਾਵਨ ਚ। ਵਰਿੰਦਾਵਨ ਚ ਇੱਕ ਸਾਧੂ ਵੇਸ਼ਭੂਸ਼ਾ ਚ। ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਇੱਕ ਮੰਦਿਰ ਜਾਣਾ, ਜਗਦੀਸ਼ ਦੇ ਮੰਦਿਰ, ਪਰ ਮੰਦਿਰ ਦੇ ਅੰਦਰ ਨਹੀਂ ਵੜਨਾ। ਉਹ ਸਾਧੂ ਨੇ ਬਾਹਰ ਬਹਿ ਜਾਣਾ ਮੰਦਿਰ ਦੇ, ਉੱਥੋਂ ਚਰਨ ਧੂੜ, ਜਿਹੜੀ ਸੰਗਤ ਨੇ ਆਣਾ ਚਰਨ ਧੂੜ ਪਕੜਨੀ, ਆਪਣੇ ਮੱਥੇ ਤੇ ਲਾਈ ਜਾਣੀ, ਤੇ ਉੱਥੇ ਬੈਠ ਕੇ ਉੱਥੇ ਰੋ ਕੇ ਮੰਦਿਰ ਦੇ ਬਾਹਰ ਰੋਈ ਜਾਣਾ, ਰੋ ਕੇ ਤੇ ਬਾਹਰ ਵਾਪਸ ਆ ਜਾਣਾ ਆਪਣੇ ਘਰ ਰਾਤੀ। ਔਰ ਉਹਨੂੰ ਸਭ ਨੇ, ਸਾਰੀ ਦੁਨੀਆ ਨੇ ਉਹਨੂੰ ਕਹਿਣਾ ਜੱਜ ਸਾਹਿਬ, ਜੱਜ ਸਾਹਿਬ। ਸੰਤ ਉਹਨੂੰ ਕੋਈ ਨਹੀਂ ਕਹਿੰਦਾ। ਜਿੰਨੇ ਵੀ ਆਉਣਾ ਰਾਮ 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 ਕਰਨਾ, ਕ੍ਰਿਸ਼ਨਾ ਕ੍ਰਿਸ਼ਨਾ ਕਰਨਾ, ਤੇ ਕਹਿਣਾ ਜੱਜ ਸਾਹਿਬ ਰਾਮ ਰਾਮ, ਜੱਜ ਸਾਹਿਬ ਕ੍ਰਿਸ਼ਨਾ ਕ੍ਰਿਸ਼ਨਾ। ਉਹਨੇ ਵੀ ਜਵਾਬ ਦੇਈ ਜਾਣਾ। ਇੱਕ ਦਿਨ ਉੱਥੇ ਇੱਕ ਬੰਦਾ, ਪੜ੍ਹਿਆ ਲਿਖਿਆ ਆਦਮੀ, ਉਸ ਮੰਦਿਰ 'ਚ ਮੱਥਾ ਟੇਕਣ ਵਾਸਤੇ ਆਇਆ। ਇਹ ਬਾਹਰ ਬੈਠਾ ਰੋ ਰਿਹਾ ਸੀ। ਉਹਨੇ ਇਹਨੂੰ ਪਿਆਰ ਨਾਲ ਪੁੱਛਿਆ, ਸੰਤ ਜੀ ਨੂੰ, ਮਹਾਪੁਰਸ਼ਾਂ ਨੂੰ, ਸਾਧੂ ਨੂੰ, ਕਿ ਤੁਸੀਂ ਬਾਹਰ ਬੈਠੇ ਰੋਣ ਡੇ ਹੋ, ਤੁਸੀਂ ਅੰਦਰ ਆਓ, ਆਓ ਤਾਂ ਦਰਸ਼ਨ ਕਰੋ। ਮੈਂ ਤੁਹਾਨੂੰ 2-4 ਵਾਰੀ ਵੇਖਿਆ, ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਅੰਦਰ ਆਓ। ਨਹੀਂ ਬੱਚਾ, ਹਮ ਠੀਕ ਹੈ। ਉਹ ਪੰਡਤ ਜੀ ਨੂੰ ਪੁੱਛਿਆ, ਪੁਜਾਰੀ ਜੀ ਨੂੰ ਪੁੱਛਿਆ ਕਿ ਇਹ ਅੰਦਰ ਕਿਉਂ ਨਹੀਂ ਆਉਂਦੇ, ਇਹ ਬਾਹਰ ਬੈਠੇ ਰੋਈ ਜਾਂਦੇ ਨੇ। ਪੁਜਾਰੀ ਕਹਿਣ ਲੱਗੇ ਜੀ ਇਹ ਜੱਜ ਸਾਹਿਬ ਨੇ। ਉਹ ਕਹਿੰਦੇ ਜੱਜ ਸਾਹਿਬ, ਇਹ ਤਾਂ ਸੰਤ ਹੈ। ਕਹਿੰਦੇ ਹਾਂ ਸੰਤ ਬਣ ਗਏ ਨੇ, ਅਸਲ ਵਿੱਚ ਇਹ ਜੱਜ ਹੈ। ਕਹਿੰਦੇ ਜੱਜ ਹੈ? ਉਹ ਕਹਿੰਦੇ ਮੈਂ ਤੁਹਾਨੂੰ ਇਹਨਾਂ ਦੀ ਸਾਖੀ ਸੁਣਾਉਣਾ। ਕਹਿੰਦੇ ਦਕਸ਼ਿਣ ਭਾਰਤ ਦੀ ਗੱਲ ਹੈ। ਇਹ ਜੱਜ ਸੀ, ਇਹ ਦਕਸ਼ਿਣ ਭਾਰਤ ਮਤਲਬ ਦੱਖਣ ਵਿੱਚ, ਦਕਸ਼ਿਣ ਭਾਰਤ ਵਿੱਚ ਇਹਨਾਂ ਦੀ ਟ੍ਰਾਂਸਫਰ ਹੋ ਗਈ ਕੋਰਟ ਵਿੱਚ। ਇਹ ਉੱਥੇ ਲੱਗ ਗਏ। ਉੱਥੇ ਇੱਕ ਕੇਵਟ ਰਹਿੰਦਾ ਸੀ, ਮਲਾਹ। ਜਿਹੜਾ ਮਲਾਹ ਸੀ, ਉਹ ਇੱਕ ਨਦੀ ਸੀ ਤੇ ਨਦੀ ਪਾਰ ਕਰਾਉਂਦਾ ਹੁੰਦਾ ਸੀ ਲੋਕਾਂ ਨੂੰ। ਉਹ ਜਦੋਂ ਵੀ ਉਹਨੇ ਨਦੀ ਪਾਰ ਕਰਾਣੀ, ਤੇ ਉਹ ਇੰਨਾ ਭੋਲਾ ਸੀ, ਉਹਦਾ ਨਾਮ ਵੀ ਭੋਲਾ ਰੱਖ ਦਿੱਤਾ ਸੀ ਲੋਕਾਂ ਨੇ। ਇੰਨਾ ਭੋਲਾ ਸੀ ਉਹ, ਉਹਨੇ ਕਦੀ ਕਿਸੇ ਵੱਲ ਵੇਖਣਾ ਨਹੀਂ, ਧਿਆਨ ਨੀਵੇਂ ਰੱਖਣਾ। ਉਹਨੇ ਕਦੀ ਕਿਸੇ ਕੋ, ਉਹਨੇ ਕਹਿਣਾ ਪੈਸਾ ਕਿੰਨਾ, ਉਹਨੇ ਕਹਿਣਾ ਜੋ ਰਘੁਨਾਥ ਦੀ ਕਿਰਪਾ, ਜੋ ਰਘੁਨਾਥ ਦੀ ਰਹਿਮਤ ਹੈ, ਜੋ ਰਘੁਨਾਥ ਕਰੇਗਾ ਠੀਕ ਕਰੇਗਾ। ਰਘੁਨਾਥ ਉਹਦਾ, ਰੱਬ ਨੂੰ ਰਘੁਨਾਥ ਕਹਿੰਦਾ ਸੀ। ਰਘੁਨਾਥ, ਰਘੁਨਾਥ ਜੋ ਕਰੇਗਾ ਉਹ ਹੀ ਠੀਕ ਹੈ। ਜਿੰਨੇ ਪੈਸੇ ਦੇ ਦੇਗਾ, ਜਿਹੜਾ ਤੇਰੇ ਰਘੁਨਾਥ ਨੇ ਤੇਰੇ ਮਨ ਵਿੱਚ ਜੋ ਧਰਿਆ ਪਈ, ਤੂੰ ਉਦਾਂ ਮੈਨੂੰ ਤੇ ਦੇ ਦੇ, ਕੋਈ ਗੱਲ। ਸਭ ਰਘੁਨਾਥ ਨੇ ਕਰਨਾ। ਉਹਨੇ ਇਹ ਮੰਨੀ, ਉਹਨੇ ਗੱਲ ਮੰਨੀ ਜਾਣੀ, ਸੋਚੀ ਜਾਣਾ, ਔਰ ਬੈਠੇ ਬੈਠੇ ਉਹਨੇ ਧਿਆਨ ਆਪਣਾ ਰੱਖੀ ਉਹਨੇ ਲੋਕਾਂ ਨੂੰ ਨਦੀ ਪਾਰ ਕਰਾਈ ਜਾਣੀ। ਹੁਣ ਕੀ ਹੋਇਆ, ਉਹਦੇ ਘਰ 'ਚ ਇੱਕ ਬੇਟੀ ਸੀ ਤੇ 2 ਬੇਟੇ ਸੀ। ਬੇਟੀ ਜਵਾਨ ਹੋ ਗਈ, ਔਰ ਹੁਣ ਬੇਟੀ ਦਾ ਵਿਆਹ ਕਰਨਾ। ਸਾਰਿਆਂ ਨੂੰ ਫਿਕਰ ਹੁੰਦੀ, ਸਾਰੇ ਮਾਂ ਬਾਪ ਨੂੰ, ਕਿ ਹੁਣ ਆਪਣੇ ਬੱਚੇ ਦਾ ਵਿਆਹ ਕਰਨਾ ਤੇ ਸਾਡੇ ਆਪਾਂ ਕੋਈ ਹੁਣ ਉਹਦੇ ਵਾਸਤੇ ਜੋੜ ਲਈਏ, ਕੁਛ ਕਰੀਏ। ਬੱਚਿਆਂ ਨੇ ਸਲਾਹ ਕੀਤੀ ਪਿਤਾ ਨਾਲ ਕਿ ਪਿਤਾ ਜੀ ਸਾਡੇ ਕੋਲ ਤਾਂ ਕੁਛ ਨਹੀਂ ਹੈਗਾ, ਪੈਸੇ ਤੇ ਹੈ ਹੀ ਨਹੀਂ, ਭੈਣ ਦਾ ਵਿਆਹ ਰੱਖ ਲਿਆ, ਤੇ ਆਪਾਂ ਨੂੰ ਸ਼ਾਹੂਕਾਰ ਕੋਲੋਂ ਪੈਸੇ ਮੰਗ ਲੈਣੇ ਚਾਹੀਦੇ ਨੇ। ਪਿਤਾ ਕਹਿਣ ਲੱਗਾ ਜੋ ਰਘੁਨਾਥ ਦੀ ਕਿਰਪਾ, ਜੇ ਉਹਨੇ ਚਾਹਿਆ ਤਾਂ ਜ਼ਰੂਰ ਮਿਲ ਜਾਣਗੇ ਪੈਸੇ। ਕਹਿੰਦੇ ਠੀਕ ਹੈ ਜੀ। ਉਹ ਸਲਾਹ ਕਰਕੇ ਪਿਓ ਤੇ ਪੁੱਤਰ ਇੱਕ ਸੇਠ ਕੋ ਚਲੇ ਗਏ। ਸੇਠ ਨੂੰ ਜਾ ਕੇ ਤੇ ਦੱਸਦੇ ਨੇ, ਸੇਠ ਜੀ ਪੈਸੇ ਦੀ ਲੋੜ ਹੈ। ਸ਼ਾਹੂਕਾਰ ਨੂੰ ਕਹਿੰਦੇ ਪੈਸੇ ਦੀ ਲੋੜ ਹੈ, ਬੇਟੀ ਦਾ ਵਿਆਹ ਰੱਖਿਆ ਤੇ ਅਸੀਂ ਵਿਆਜ ਸਮੇਤ, ਸੂਤ ਸਮੇਤ ਅਸੀਂ ਤੁਹਾਨੂੰ ਵਾਪਸ ਕਰਾਂਗੇ।
ਜਿਹੜੀ ਸਮਾਂ ਲਵਾਂਗੇ ਉਸੇ ਸਮੇਂ 'ਚ ਵਾਪਸ ਕਰਾਂਗੇ, ਮਿਹਨਤ ਕਰਕੇ। ਪਿਓ ਪੁੱਤਰਾਂ ਨੇ ਸਲਾਹ ਕੀਤੀ ਅਸੀਂ ਖੂਬ ਮਿਹਨਤ ਕਰਾਂਗੇ, ਪੈਸਾ ਕਮਾਵਾਂਗੇ, ਵਾਪਸ ਕਰ ਦਾਂਗੇ ਸਮੇਂ ਤੋਂ ਪਹਿਲਾਂ। ਠੀਕ ਹੈ ਜੀ। ਔਰ ਸੇਠ ਨੇ ਪੈਸੇ ਦੇ ਵੀ ਦਿੱਤੇ, ਵਿਆਹ ਵੀ ਭੁਗਤ ਗਿਆ, ਸਾਰਾ ਕੁਝ ਹੋ ਗਿਆ, ਪੈਸੇ ਵਾਪਸ ਵੀ ਕਰ ਦਿੱਤੇ ਗਏ, ਸਾਰਿਆਂ ਨੂੰ ਪੈਸੇ ਵਾਪਸ ਕਰ, ਉਹ ਸਾਰੇ ਪੈਸੇ ਇਕੱਠੇ ਕਰਕੇ ਉਹਨੇ ਵਾਪਸ ਕਰ ਦਿੱਤੇ। ਜਦੋਂ ਵਾਪਸ ਕੀਤੇ ਤੇ ਸ਼ਾਹੂਕਾਰ ਦੇ ਘਰ 'ਚ ਬੈਠੇ, ਸ਼ਾਹੂਕਾਰ ਦੇ ਨਾਲ ਜਦੋਂ ਵਾਰਤਾਲਾਪ ਹੋ ਰਹੀ ਹੈ, ਗੱਲ ਕਰ ਰਹੇ ਨੇ, ਸ਼ਾਹੂਕਾਰ ਨੂੰ ਪੈਸੇ ਦਿੱਤੇ, ਵਿਆਜ ਦਿੱਤਾ। ਸ਼ਾਹੂਕਾਰ ਨੇ ਇੱਕ ਪਰਚੀ ਦਿੱਤੀ, ਉਹ ਪਰਚੀ ਤੇ ਸ਼ਾਹੂਕਾਰ ਨੇ ਹਸਤਾਖਰ ਕੀਤੇ ਦੇ ਤੇ ਆਪਣੀ ਸਟੈਂਪ ਮਾਰੀ ਦੀ, ਮੋਹਰ ਮਾਰੀ, ਨਾਲ ਆਪਣਾ ਉਹਨੇ ਲਿਖਿਆ ਦਾ ਸੀ ਕਿ ਤੇਰਾ ਸਾਰਾ ਕੁਝ, ਤੇਰਾ ਜਿਹੜਾ ਬਕਾਇਆ ਸੀ ਰਾਸ਼ੀ, ਤੂੰ ਮੈਨੂੰ ਸਮੇਂ ਤੋਂ ਪਹਿਲਾਂ ਵਾਪਸ ਕਰ ਦਿੱਤੀ, ਤੇਰਾ ਸਾਰਾ ਕੁਝ ਭੁਗਤ ਗਿਆ, ਵਿਆਜ ਵੀ, ਮੂਲ ਵੀ, ਤੇ ਤੂੰ ਵਾਪਸ ਕਰਤੇ ਪੈਸੇ। ਸ਼ਾਹੂਕਾਰ ਨੇ ਆਖਿਆ, ਦੋਨੋਂ ਪਿਓ ਪੁੱਤਰਾਂ ਨੂੰ ਆਖਿਆ, ਇਹ ਲੋ ਬਈ ਪਰਚੀ, ਤੈਨੂੰ ਪੜ੍ਹ ਲਓ। ਉਹ ਕਹਿਣ ਲੱਗੇ ਕਿ ਸਾਨੂੰ ਤੇ ਪੜ੍ਹਨੀ ਨਹੀਂ ਆਉਂਦੀ ਜੀ, ਅਸੀਂ ਤਾਂ ਅਨਪੜ੍ਹ ਹਾਂ। ਸ਼ਾਹੂਕਾਰ ਨੂੰ ਭੋਲੇ ਨੇ ਆਖਿਆ, ਉਸ ਮਲਾਹ ਨੇ ਆਖਿਆ ਕਿ ਮੈਂ ਤੇ ਅਨਪੜ੍ਹ ਹਾਂ ਜੀ, ਮੇਰਾ ਬੱਚਾ ਵੀ ਅਨਪੜ੍ਹ ਹੈ, ਅਸੀਂ ਤਾਂ ਪੜ੍ਹੇ ਲਿਖੇ ਨਹੀਂ ਹਾਂ, ਪੜ੍ਹਨੀ ਨਹੀਂ ਆਉਂਦੀ, ਜੋ ਤੁਸੀਂ ਲਿਖ ਦਿੱਤਾ ਠੀਕ ਲਿਖ ਦਿੱਤਾ। ਸ਼ਾਹੂਕਾਰ ਹੋ ਗਿਆ ਬੇਈਮਾਨ। ਸ਼ਾਹੂਕਾਰ ਦੇ ਮਨ 'ਚ ਆਇਆ ਕਿ ਇਹਨਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ, ਮੈਂ ਜਿਹੜੀ ਚਿੱਠੀ ਲਿਖ ਦਿੱਤੀ ਹੈ ਇਹ ਤੇ ਗੱਲ ਬਣ ਗਈ। ਸ਼ਾਹੂਕਾਰ ਕਹਿਣ ਲੱਗਾ, ਇੱਕ ਕੰਮ ਕਰੋ, ਇਹ ਤੇ ਮੋਹਰ ਲੱਗਣੀ ਰਹਿ ਗਈ ਸੀ ਤੇ ਮੈਂ ਤੁਹਾਨੂੰ ਪੜ੍ਹਾਉਣਾ ਸੀ ਕਿ ਠੀਕ ਹੈ ਕਿ ਨਹੀਂ, ਚਲੋ ਮੈਨੂੰ ਹੁਣ ਤੁਸੀਂ ਦਵੋ, ਮੈਂ ਮੋਹਰ ਲਵਾ ਲਿਆ ਵਾਂ। ਉਹ ਜਦੋਂ ਸ਼ਾਹੂਕਾਰ ਗਿਆ ਅੰਦਰ ਜਾ ਕੇ ਤਾਂ ਉਹਨੇ ਪਰਚੀ ਬਦਲ ਦਿੱਤੀ। ਉਹ ਪਰਚੀ ਤੇ ਲਿਖਿਆ ਸੀ ਕਿ ਇਹ ਭੋਲੇ ਦਾ ਬਕਾਇਆ ਪੈਸਾ, ਨਾ ਇਹਨੇ ਪੈਸਾ ਦਿੱਤਾ, ਨਾ ਇਹਨੇ ਮੂਲ ਦਿੱਤਾ, ਨਾ ਇਹਨੇ ਵਿਆਜ ਦਿੱਤਾ, ਬਕਾਇਆ ਖੜਾ ਹੈ ਤੇ ਕੋਈ ਪੈਸਾ ਨਹੀਂ ਮੇਰੇ ਕੋਲ ਆਇਆ। ਸ਼ਾਹੂਕਾਰ ਨੇ ਉਹਨੂੰ ਉਹ ਪਰਚੀ ਦੇ ਦਿੱਤੀ ਔਰ ਉਹ ਪਰਚੀ ਲੈ ਕੇ ਉਹ ਘਰ ਆ ਗਏ ਕਿ ਠੀਕ ਹੈ ਜੀ, ਸਾਡੀ ਰਕਮ ਮੁੱਕ ਗਈ, ਸ਼ਾਹੂਕਾਰ ਨੇ ਸਾਨੂੰ ਪਰਚੀ ਦੇ ਦਿੱਤੀ। ਪਰਚੀ ਬਦਲ ਕੇ ਉਹਨੂੰ ਫੜਾਤੀ ਸੀ। ਥੋੜੇ ਸਮੇਂ ਬਾਅਦ ਸ਼ਾਹੂਕਾਰ ਨੇ ਕੇਸ ਪਾ ਦਿੱਤਾ ਕੋਰਟ ਵਿੱਚ, ਤੇ ਕੋਰਟ ਵਿੱਚ ਜਿਹੜੇ ਜੱਜ ਸਾਹਿਬ ਬੈਠੇ ਸੀ, ਇਹੋ ਹੀ ਜੱਜ ਸੀ ਜਿਹੜਾ ਉੱਥੇ ਬੈਠਾ ਸੀ। ਇਸ ਜੱਜ ਦੇ ਕੋਲ ਕੇਸ ਆਇਆ, ਇਹਨੇ ਜੱਜ ਨੇ ਭੋਲੇ ਨੂੰ, ਉਹਦੇ ਪਰਿਵਾਰ ਨੂੰ ਬੁਲਾਇਆ, ਕਿਉਂਕਿ ਕੇਸ ਪਿਆ ਤਾਂ ਹੁਣ ਪੈਰਵਾਈ ਹੋਣੀ ਹੈ। ਬੁਲਾਇਆ ਗਿਆ, ਬਈ ਤੁਸੀਂ ਪੈਸੇ ਨਹੀਂ ਦਿੱਤੇ, ਇਹਨਾਂ ਦੇ ਬਕਾਏ ਪੈਸੇ, ਤੁਹਾਡੇ ਇੰਨੇ ਪੈਸੇ ਸੀ, ਪੈਸੇ ਨਹੀਂ ਦਿੱਤੇ। ਭੋਲਾ ਰੋਣ ਲੱਗ ਪਿਆ ਕਿ ਜੀ ਮੈਂ ਤੇ ਸਾਰੇ ਚੁਕਤਾ ਕਰ ਚੁੱਕੇ ਹਾਂ, ਇਹਨਾਂ ਨੂੰ ਸੇਠ ਜੀ ਨੂੰ ਸਭ ਪਤਾ ਹੈ, ਇਹਨਾਂ ਨੇ ਮੈਨੂੰ ਪਰਚੀ ਦਿੱਤੀ ਸੀ ਜਦੋਂ ਮੈਂ ਘਰ ਗਿਆ, ਔਰ ਦੇਖੋ ਇਹਨਾਂ ਨੇ ਮੈਨੂੰ ਦਿੱਤਾ, ਬਾਕੀ ਸਭ ਰਘੁਨਾਥ ਨੂੰ ਪਤਾ ਹੈ, ਮੈਨੂੰ ਨਹੀਂ ਜੇ ਕੁਝ ਪਤਾ, ਰਘੁਨਾਥ ਜਾਣਦਾ, ਮੈਂ ਜੋ ਕਹਿ ਰਿਹਾ ਰਘੁਨਾਥ ਜਾਣਦਾ, ਸਭ ਉਹਨੂੰ ਪਤਾ। ਉਹਨੇ ਹਰ ਗੱਲ ਚ ਰਘੁਨਾਥ ਨੂੰ ਅੱਗੇ ਰੱਖਣਾ ਕਿ ਰੱਬ ਜਾਣਦਾ, ਜਿੱਦਾਂ ਹੀ ਕਿ ਰੱਬ ਜਾਣਦਾ, ਰਘੁਨਾਥ ਜਾਣਦਾ। ਉਹਨੇ ਰੋਣ ਲੱਗ ਪਿਆ ਜੱਜ ਦੇ ਅੱਗੇ ਕਿ ਮੈਂ ਚੁਕਤਾ ਤੇ ਕਰਤੇ ਸੀ ਜੀ। ਸ਼ਾਹੂਕਾਰ ਕਹਿਣ ਲੱਗਾ, ਜੀ ਨਹੀਂ ਜੀ, ਚੁਕਤਾ ਨਹੀਂ ਕੀਤੇ, ਇਹਦੀ ਪਰਚੀ ਵੇਖ ਲਓ ਜੱਜ ਸਾਹਿਬ, ਪਰਚੀ ਤੇ ਕੀ ਲਿਖਿਆ। ਪਰਚੀ ਜਦੋਂ ਜੱਜ ਸਾਹਿਬ ਨੇ ਵੇਖੀ ਤੇ ਜੱਜ ਨੇ ਦੇਖਿਆ ਕਿ ਲਿਖਿਆ ਸੀ ਕਿ ਬਈ ਬਕਾਇਆ ਹੈ, ਰਾਸ਼ੀ ਤੇ ਬਕਾਇਆ ਤੇਰੀ, ਪਰਚੀ ਤੇ ਸਾਫ਼ ਲਿਖਿਆ। ਉਹ ਵਿਚਾਰਾ ਹੋਰ ਜ਼ੋਰ ਦੀ ਘਬਰਾ ਗਿਆ, ਰੋਣ ਲੱਗ ਪਿਆ। ਜੱਜ ਸਾਹਿਬ ਕਹਿਣ ਲੱਗੇ, ਜਦੋਂ ਤੁਸੀਂ ਲੈਣ ਗਏ ਸੀ ਜਾਂ ਪਰਚੀ ਲਈ ਸੀ, ਕਿਉਂਕਿ ਜੱਜ ਨੂੰ ਦਿਸ ਜਾਂਦਾ, ਜੱਜ ਕੋ ਵੀ ਥਰਡ ਆਈ ਹੁੰਦੀ ਹੈ, ਇੰਟੂਇਸ਼ਨ ਹੁੰਦੀ ਹੈ, ਸਿਖਾਇਆ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਸੱਚ ਕੌਣ ਬੋਲਦਾ, ਝੂਠ ਕੌਣ ਬੋਲਦਾ। ਜੱਜ ਨੂੰ ਅੰਦਰੋਂ ਪਤਾ ਸੀ ਕਿ ਇਹ ਕਿਤੇ ਨਾ ਕਿਤੇ ਸੱਚ ਬੋਲ ਰਿਹਾ, ਉਹਦੇ ਭਾਵ ਦੱਸ ਦਿੰਦੇ ਨੇ। ਉਹਨੇ ਜੱਜ ਸਾਹਿਬ ਨੂੰ ਆਖਿਆ, ਜੱਜ ਸਾਹਿਬ ਮੈਂ ਗਰੀਬ ਹਾਂ ਜੀ, ਪੜ੍ਹਿਆ ਲਿਖਿਆ ਨਹੀਂ ਹੈ ਜੀ, ਇਹਨਾਂ ਮੈਨੂੰ ਕਿਹਾ ਸੀ ਕਿ ਤੁਸੀਂ ਪੜ੍ਹ ਲਓ, ਤੇ ਮੈਂ ਕਿਹਾ ਮੈਨੂੰ ਪੜ੍ਹਿਆ ਲਿਖਿਆ ਨਹੀਂ ਹੈ, ਜੋ ਇਹਨਾਂ ਨੇ ਮੈਨੂੰ ਪਰਚੀ ਦਿੱਤੀ ਮੈਂ ਰੱਖ ਲਈ।
ਕਹਿੰਦੇ ਕੋਈ ਹੋਰ ਵੀ ਸੀ ਉੱਥੇ ਜਦੋਂ ਇਹ ਕੰਮ ਹੋਇਆ? ਕਹਿੰਦੇ ਹਾਂਜੀ, ਰਘੁਨਾਥ ਸੀ ਜੀ, ਰਘੁਨਾਥ ਉੱਥੇ ਹੀ ਸੀ। ਉਹ ਕਹਿਣ ਲੱਗੇ, ਹੈ ਰਘੁਨਾਥ ਕੌਣ ਹੈ ਬਈ? ਉਹ ਕਹਿੰਦੇ ਸਾਡਾ ਮਾਲਕ। ਉਹ ਕਹਿਣ ਲੱਗਾ ਮੇਰਾ ਮਾਲਕ। ਉਹਨਾਂ ਨੇ ਤਰੀਕ ਪਾਤੀ ਜੱਜ ਸਾਹਿਬ ਨੇ। ਜੱਜ ਕੋਲ ਸਮਾਂ ਘੱਟ ਹੀ ਹੁੰਦਾ ਸਾਰਿਆਂ ਕੋਲ। ਤਰੀਕ ਪਾਤੀ, ਅਗਲੀ ਪੈਰਵਾਈ ਤੇ ਗੱਲ ਹੋਏਗੀ, ਰਘੁਨਾਥ ਨੂੰ ਬੁਲਾਇਆ ਜਾਏਗਾ। ਜੱਜ ਸਾਹਿਬ ਨੇ ਇੱਕ ਚਿੱਠੀ ਪਾਈ। ਇਹ ਸੱਚੀ ਘਟਨਾ ਆ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ। ਜੱਜ ਸਾਹਿਬ ਨੇ ਚਿੱਠੀ ਲਿਖੀ ਤੇ ਉਸ ਪਿੰਡ ਦੇ ਵਿੱਚ ਜਿੱਥੇ ਉਹ ਰਹਿੰਦਾ ਸੀ, ਉੱਥੇ ਰਘੁਨਾਥ ਨਾਮ ਦਾ ਦੇ ਚਿੱਠੀ ਲਿਖ ਕੇ ਡਾਕੀਆ ਨੂੰ ਭੇਜਿਆ ਉੱਥੇ ਕਿ ਇਸ ਰਘੁਨਾਥ ਨੂੰ ਬੁਲਾਓ, ਇਹਨੇ ਇਸ ਕੇਸ ਦੇ ਵਿੱਚ ਵਿਟਨੈਸ ਗਵਾਹੀ ਦੇਣੀ ਹੈ ਕਿ ਭੋਲਾ ਜਿਹੜਾ ਹੈ ਇਹ ਠੀਕ ਹੈ। ਉਹ ਪਿੰਡ ਦੇ ਵਿੱਚ ਜਗ੍ਹਾ ਜਗ੍ਹਾ ਗਿਆ, ਰਘੁਨਾਥ ਕੋਈ ਹੈ ਨਹੀਂ ਸੀ ਉੱਥੇ। ਲੋਕਾਂ ਨੇ ਇੱਕ ਪੜ੍ਹਿਆ ਲਿਖਿਆ ਬੰਦਾ ਸੀ ਉੱਥੇ, ਸਿਆਣਾ ਬੰਦਾ ਸੀ, ਉਹਨੇ ਕਿਹਾ ਜੀ ਇਹ ਚਿੱਠੀ ਕਹਿੰਦੇ ਰਘੁਨਾਥ, ਕਹਿੰਦਾ ਇੱਥੇ ਰਘੁਨਾਥ ਟੈਂਪਲ ਹੈ, ਰਘੁਨਾਥ ਟੈਂਪਲ ਹੈ, ਸ਼ਾਇਦ ਇਹ ਮੰਦਿਰ ਦੀ ਚਿੱਠੀ ਨਾ ਹੋਵੇ, ਤੁਸੀਂ ਮੰਦਿਰ ਚਲ ਜਾਓ, ਤੁਹਾਨੂੰ ਪੁਜਾਰੀ ਜੀ ਮਿਲਣਗੇ ਉੱਥੇ। ਪੁਜਾਰੀ ਜੀ ਕੋਲ ਪਹੁੰਚੇ ਤੇ ਪੁਜਾਰੀ ਜੀ ਨੂੰ ਚਿੱਠੀ ਦਿੱਤੀ ਕਿ ਇਹ ਜੱਜ ਸਾਹਿਬ ਦੀ ਚਿੱਠੀ ਹੈ, ਕੋਰਟ ਵਿੱਚੋਂ ਆਈ ਹੈ। ਬੁਲਾਇਆ ਗਿਆ ਗਵਾਹੀ ਤੇ ਰਘੁਨਾਥ ਨੂੰ ਕਹੋ ਕੱਲ ਬਈ ਕੋਰਟ ਵਿੱਚ, 2 ਦਿਨ ਬਾਅਦ ਕੋਰਟ ਵਿੱਚ ਪਹੁੰਚੇ, ਗਵਾਹੀ ਹੈ। ਪੁਜਾਰੀ ਵੀ ਬੜਾ ਸਿਆਣਾ ਸੀ। ਪਹਿਲੇ ਜ਼ਮਾਨਿਆਂ ਵਿੱਚ ਸਾਰੇ ਹੀ ਚੰਗੇ ਹੁੰਦੇ ਸੀ, ਪੁਜਾਰੀ ਵੀ ਚੰਗਾ ਸੀ। ਉਹਨੇ ਚਿੱਠੀ ਪੜ੍ਹੀ, ਸਾਈਨ ਕਰਤੇ। ਉਹਨੇ ਮਨ ਵਿੱਚ ਸੋਚਿਆ, ਵਾਹ ਰਘੁਨਾਥ ਤੇਰੀ ਗਵਾਹੀ ਆਈ ਹੈ। ਦੇਖਿਆ ਭੋਲੇ ਦੇ ਨਾਮ ਹੈ, ਉਹਨੇ ਕਿਹਾ ਅੱਛਾ ਭੋਲਾ ਤੇ ਇੱਥੇ ਹੈ। ਤੇ ਉਹ ਰਘੁਨਾਥ ਦੇ ਕੋਲ ਜਾ ਕੇ ਪੁਜਾਰੀ ਨੇ ਉਹਦੇ ਕਦਮਾਂ 'ਚ ਚਿੱਠੀ ਰੱਖ ਦਿੱਤੀ। ਭਗਵਾਨ ਦੀ ਮੂਰਤੀ ਸੀ, ਕ੍ਰਿਸ਼ਨ ਮਹਾਰਾਜ ਜੀ ਦੀ, ਤੇ ਉੱਥੇ ਰੱਖ ਦਿੱਤੀ, ਚਰਨਾਂ ਦੇ ਵਿੱਚ ਚਿੱਠੀ ਰੱਖ ਦਿੱਤੀ ਮਹਾਰਾਜ ਦੇ ਕਿ ਇਹ ਲੋ, ਇਹ ਤੁਹਾਡੀ ਜੀ ਚਿੱਠੀ ਆਈ ਹੈ ਕੋਰਟ ਵਿੱਚ, ਤੁਹਾਨੂੰ ਜਾਣਾ ਪੈਣਾ ਤੇ ਹੁਣ ਤੁਸੀਂ ਉਹ ਜਾ ਕੇ ਗਵਾਹੀ ਦੇਣਾ। ਪੁਜਾਰੀ ਨੇ ਵੀ ਬੇਨਤੀ ਕਰ ਦਿੱਤੀ, ਜੇ ਤੁਹਾਡਾ ਮੈਂ ਲੱਲੀ ਚਿੱਠੀ ਤੁਹਾਡੇ ਪ੍ਰਤੀ ਪ੍ਰਭੂ, ਤੇ ਤੁਸੀਂ ਆਪ ਹੀ ਮਤਲਬ ਕਿ ਵੇਖ ਲੈਣਾ ਜਿੱਦਾਂ ਵੀ ਕਰਨਾ, ਮੈਂ ਚਿੱਠੀ ਤੁਹਾਡੀ ਰੱਖ ਲਈ ਆਪਣੀ। ਚਿੱਠੀ ਕਦਮਾਂ 'ਚ ਰੱਖ ਦਿੱਤੀ। 2 ਦਿਨ ਬਾਅਦ ਜਦੋਂ ਤਰੀਕ ਪਈ ਸੀ ਤੇ ਸਾਰੇ ਇਕੱਠੇ ਹੋਏ, ਸ਼ਾਹੂਕਾਰ ਆਇਆ, ਭੋਲਾ ਆਇਆ, ਉਹਦਾ ਪਰਿਵਾਰ ਆਇਆ, ਤੇ ਜੱਜ ਨੇ ਆਖਿਆ ਕਿ ਆ ਗਏ ਤੁਸੀਂ ਦੋਨੋਂ? ਹਾਂਜੀ, ਸਾਰੇ ਇਕੱਠੇ ਹੋ ਗਏ। ਗਵਾਹ ਨੂੰ ਬੁਲਾਓ ਬਈ, ਰਘੁਨਾਥ ਨੂੰ ਬੁਲਾਓ। ਹੁਣ ਜੱਜ ਕੋਲ ਇੰਨਾ ਹੀ ਟਾਈਮ ਹੁੰਦਾ, ਰਘੁਨਾਥ ਉਹਨੇ ਸੋਚਿਆ ਬੰਦਾ ਆ। ਜੱਜ ਨੇ ਕਿਹਾ ਰਘੁਨਾਥ ਨੂੰ, ਤੇ ਜੱਜ ਦਾ ਜਿਹੜਾ ਰੀਡਰ ਹੁੰਦਾ ਉਹਨੇ ਬਾਹਰ ਜਿਹੜਾ ਜਿਹਨੂੰ ਕਹਿੰਦਾ ਆਵਾਜ਼ ਮਾਰਦਾ, ਕੀ ਕਹਿੰਦੇ ਨੇ ਉਹਨੂੰ, ਹੈ ਅਰਦਲੀ, ਉਹਨੂੰ ਸੁਣਾ ਭੇਜਿਆ ਰੀਡਰ ਨੇ ਕਿ ਆਵਾਜ਼ ਮਾਰਦੇ ਬਈ, ਰਘੁਨਾਥ ਦੇ ਨਾਮ ਦੀ ਗਵਾਹੀ ਹੈ ਉਹਦੀ। ਉਹਨੇ ਬਾਹਰ ਜਾ ਕੇ 2-3 ਆਵਾਜ਼ਾਂ ਮਾਰੀਆਂ, ਰਘੁਨਾਥ ਭੋਲੇ ਦੇ ਕੇਸ ਵਿੱਚ ਜਿਹਦੀ ਗਵਾਹੀ ਹੈ ਹਾਜ਼ਰ ਹੋਏ। 2-3 ਵਾਰੀ ਉਹਨੇ ਆਵਾਜ਼ਾਂ ਮਾਰਤੀਆਂ। ਇਹਨੇ ਚਿਰ ਨੂੰ ਇੱਕ ਬੁੱਢਾ ਜਿਹਾ ਬੰਦਾ, ਚਿੱਟੀ ਦਾੜੀ, ਚਿੱਟਾ ਉਹਦਾ ਸਿਰ ਤੇ ਉਹਨੇ ਜੂੜਾ ਬੱਝਿਆ, ਚਿੱਟੀ ਦਾੜੀ ਵਾਲਾ, ਤੇ ਹੱਥ ਵਿੱਚ ਲਾਠੀ ਪਕੜੀ, ਏਦਾਂ ਤੁਰਦਾ ਆਵੇ, ਬੁੱਢਾ ਬਜ਼ੁਰਗ, ਚਿੱਟੇ ਕੱਪੜੇ ਪਾਏ, ਤੁਰੀ ਆਵੇ। ਅੱਖ ਲਗਾ ਅਰਦਲੀ ਨੂੰ ਕਿ ਮੈਂ ਹੀ ਰਘੁਨਾਥ ਹਾਂ। ਅੰਦਰ ਆ ਗਿਆ ਕੋਰਟ ਵਿੱਚ ਖੜੇ ਹੋ ਕੇ ਜੱਜ ਦੇ ਸਾਹਮਣੇ। ਜੱਜ ਨੇ ਕਿਹਾ, ਹਾਂਜੀ ਬਈ ਤੁਸੀਂ ਕੌਣ? ਭੋਲਾ ਬੜਾ ਹੈਰਾਨ ਕਿ ਇਹ ਕਿਹੜਾ ਰਘੁਨਾਥ ਆ ਗਿਆ ਬਈ। ਸਾਰੇ ਬੜੇ ਹੈਰਾਨ। ਭੋਲੇ ਨੂੰ ਆਖਿਆ, ਭੋਲੇ ਤੂੰ ਕਿਹਾ ਸੀ ਰਘੁਨਾਥ ਉੱਥੇ ਹੀ ਸੀ? ਭੋਲਾ ਕਹਿ ਲਗਾ, ਹਾਂਜੀ ਜੱਜ ਸਾਹਿਬ ਰਘੁਨਾਥ ਉੱਥੇ ਹੀ ਸੀ। ਰਘੁਨਾਥ ਤੇ ਹਰ ਪਾਸੇ ਹੈ, ਇੱਥੇ ਵੀ ਰਘੁਨਾਥ ਹੈ, ਸਾਰੇ ਪਾਸੇ ਰਘੁਨਾਥ ਹੈ।
ਜੱਜ ਨੇ ਕਿਹਾ ਠੀਕ ਹੈ ਬਈ, ਵੇਖੋ ਆ ਗਿਆ, ਇੱਥੇ ਵੀ ਹੈਗਾ, ਠੀਕ ਹੈ ਬਈ ਰਘੁਨਾਥ ਜੀ ਤੁਹਾਡੇ ਸਾਹਮਣੇ ਇਹ ਕੰਮ ਹੋਇਆ। ਰਘੁਨਾਥ ਕਹਿਣ ਲੱਗਾ ਹਾਂਜੀ ਜੱਜ ਸਾਹਿਬ ਮੇਰੇ ਸਾਹਮਣੇ ਹੋਇਆ। ਤੇ ਤੁਸੀਂ ਵੇਖਿਆ ਸੀ ਇਹਨੇ ਪੈਸੇ ਸਾਰੇ ਦੇ ਦਿੱਤੇ ਨੇ ਸੇਠ ਜੀ ਨੂੰ? ਹਾਂਜੀ ਸਾਰੇ ਪੈਸੇ ਦੇ ਦਿੱਤੇ ਜੀ। ਫਿਰ ਕੀ ਇਹ ਚਿੱਠੀ ਕਿੱਦਾਂ ਬਦਲੀ ਗਈ? ਇਹ ਚਿੱਠੀ ਕਿੱਦਾਂ ਗੱਲਬਾਤ ਹੋਈ? ਉਹ ਕਹਿਣ ਲੱਗੇ ਜੀ ਗੱਲ ਇਹ ਹੈ ਕਿ ਸੇਠ ਜੀ ਦੇ 3 ਅਲਮਾਰੀਆਂ ਨੇ। ਹੁਣੇ ਤੁਸੀਂ ਜੱਜ ਸਾਹਿਬ ਕਿਸੇ ਨੂੰ ਸੇਠ ਜੀ ਦੇ ਘਰ ਭੇਜੋ, ਜਿੱਥੇ ਬਹਿੰਦੇ ਨੇ ਉਹਦੇ ਮਗਰ ਇੱਕ ਕਮਰਾ ਹੈ, ਉਸ ਕਮਰੇ ਦੇ ਅੰਦਰ 3 ਅਲਮਾਰੀਆਂ ਨੇ, ਵਿਚਕਾਰ ਦੀ ਅਲਮਾਰੀ ਨੂੰ ਖੋਲੋ, ਉਹਦੇ ਅਲਮਾਰੀ ਦੇ ਤੀਜੇ ਖਾਨੇ 'ਚ ਇੱਕ ਫਾਈਲ ਹੈ, ਉਸ ਫਾਈਲ ਦੇ ਅੰਦਰ ਇੱਕ ਕਾਗਜ਼ ਪਿਆ ਔਰ ਉਸ ਕਾਗਜ਼ ਤੇ ਲਿਖਿਆ ਕਿ ਉਹਦਾ ਸਾਰਾ ਬਕਾਇਆ ਪੂਰਾ ਹੋ ਚੁੱਕਿਆ। ਉਹ ਫਾਈਲ ਵੀ ਉਹਨੇ ਬੰਦ ਕਰ ਦਿੱਤੀ। ਉਹ ਫਾਈਲ ਦੇ ਉੱਤੇ ਪੂਰੀ ਮੋਹਰ ਮਾਰ ਕੇ ਲਿਖਿਆ ਦਾ ਕਿ ਸਾਰੇ ਪੈਸੇ ਉਹਨੂੰ ਵਾਪਸ ਆ ਗਏ ਦੇ ਨੇ, ਤੇ ਤੁਸੀਂ ਹੁਣੇ ਭੇਜੋ ਕਿਸੇ ਨੂੰ, ਇਹਦੇ ਨਾਲ ਮੁਨਸ਼ੀ ਨੂੰ ਭੇਜੋ ਇਹਦੇ ਸੇਠ ਦੇ, ਹੁਣੇ ਤੁਹਾਨੂੰ ਸੱਚ ਦਾ ਪਤਾ ਲੱਗ ਜਾਏਗਾ। ਜੱਜ ਸਾਹਿਬ ਕਹਿਣ ਲੱਗੇ ਬਈ ਜਾਓ ਫਟਾਫਟ ਜਾ ਕੇ ਇਹ ਲੈ ਕੇ ਆਓ। ਜਦੋਂ ਉਹ ਗਏ ਘਰ, ਤੀਜੀ ਅਲਮਾਰੀ ਵਿੱਚ, ਘਰ ਵਾਲੀ ਅਲਮਾਰੀ ਵਿੱਚੋਂ ਕਾਗਜ਼ ਕੱਢਿਆ, ਉਹ ਕਾਗਜ਼ ਬਿਲਕੁਲ ਉਦਾਂ ਦਾ ਉਦਾਂ ਹੀ, ਫਾਈਲ ਉਦਾਂ ਹੀ ਜੱਜ ਸਾਹਿਬ ਕੋਲ ਆਈ। ਸੇਠ ਕੰਬ ਗਿਆ, ਡਰ ਗਿਆ, ਜੱਜ ਦੇ ਅੱਗੇ ਰੋ ਪਿਆ, ਮੈਨੂੰ ਮਾਫ ਕਰ ਦਿਓ, ਮੇਰੀ ਨੀਅਤ ਬੇਈਮਾਨ ਹੋ ਗਈ ਸੀ। ਭੋਲਾ ਵੀ ਹੱਥ ਜੋੜ ਬੈਠਾ। ਭੋਲਾ ਬੜਾ ਹੈਰਾਨ ਕਿ ਇਹ ਕਿਹੜਾ ਬੰਦਾ ਆ ਗਿਆ ਸਾਹਮਣੇ ਮੇਰੇ, ਜਿਹੜਾ ਮੇਰਾ ਗਵਾਹੀ ਦੇ ਦਿੱਤੀ, ਜਿਹਨੂੰ ਸਾਰਾ ਕੁਝ ਪਤਾ ਹੈ, ਕਿਉਂਕਿ ਉਹ ਭੋਲੇ ਸਨ। ਭੋਲਾ ਵਿਚਾਰਾ ਹੱਥ ਜੋੜ ਕੇ ਉਹਨਾਂ ਵੇਖੀ ਜਾਏ ਕਿ ਬੰਦਾ ਕੌਣ ਹੈ। ਉਹ ਜਿਹੜਾ ਜੱਜ ਸੀ, ਉਹ ਜੱਜ ਨੇ ਸਾਰਾ ਕੁਝ ਕਰਕੇ ਕਹਿਣ ਲੱਗਾ ਹਾਂਜੀ ਹੁਣ ਤੁਸੀਂ ਦਫਾ ਜੀ, ਉਹਨੂੰ ਸਜ਼ਾ ਦੇ ਦਿੱਤੀ ਸੇਠ ਨੂੰ, ਤੇ ਨਾਲੇ ਉਹਨੂੰ ਹਰਜਾਨਾ ਦੇ ਦਿੱਤਾ, ਭੋਲੇ ਨੂੰ ਬਰੀ ਕਰਤਾ, ਤੂੰ ਜਾ ਬਈ ਘਰ ਜਾ। ਤੇ ਰਘੁਨਾਥ ਜੀ ਗਾਇਬ ਹੋ ਗਏ ਨੇ, ਗਵਾਹੀ ਦੇ ਕੇ ਜਦੋਂ ਮਿਲ ਗਿਆ ਸਮਾਨ ਗਾਇਬ ਹੋ ਗਏ। ਉਹ ਜੱਜ ਅੱਖ ਲਗਾ ਭੋਲੇ ਨੂੰ ਕਿ ਬਈ ਜਾਂਦਾ ਕਿਉਂ ਨਹੀਂ ਤੂੰ? ਭੋਲਾ ਅੱਖ ਲਗਾ ਜੱਜ ਸਾਹਿਬ, ਇਹ ਜਿਹੜੇ ਸੱਜਣ ਨੇ ਗਵਾਹੀ ਦਿੱਤੀ ਹੈ ਇਹ ਕੌਣ ਹੈ? ਭੋਲਾ ਅੱਖ ਲੱਗਾ। ਉਹ ਕਹਿਣ ਲੱਗੇ ਬਈ ਤੂੰ ਆਖਿਆ ਹੀ ਰਘੁਨਾਥ ਹੈ, ਰਘੁਨਾਥ ਉੱਥੇ ਖਲੋਤਾ ਸੀ, ਤੂੰ ਕਿਹਾ ਹੀ ਰਘੁਨਾਥ ਵੇਖਣ ਡਿਆ, ਅਸੀਂ ਰਘੁਨਾਥ ਨੂੰ ਗਵਾਹ ਬਣਾ ਲਿਆ ਤੇ ਤੇਰੇ ਪਿੰਡ 'ਚ ਭੇਜਿਆ ਸੀ ਚਿੱਠੀ ਦੇ ਕੇ, ਤੇਰੇ ਪਿੰਡ ਦਾ ਬੰਦਾ, ਉਹ ਤੇਰੇ ਨਾਲ ਹੀ ਸੀ, ਉਹ ਤੂੰ ਤੇ ਆਪ ਹੀ ਮੰਨਿਆ। ਕਹਿੰਦਾ ਜੱਜ ਸਾਹਿਬ ਮੈਂ ਝੂਠ ਨਹੀਂ ਬੋਲਣਾ, ਇਹ ਬੰਦਾ ਉੱਥੇ ਨਹੀਂ ਸੀ ਹੈਗਾ, ਮੈਂ ਪੁੱਤਰ ਸੀ ਤੇ ਰਘੁਨਾਥ ਸੀ। ਉਹਦੇ ਮੂੰਹ ਤੋਂ ਰਘੁਨਾਥ ਨਿਕਲਦਾ ਸੀ ਕਿ ਰਘੁਨਾਥ ਸੀ। ਕਹਿੰਦੇ ਉਹ ਹਾਂ ਰਘੁਨਾਥ ਹੀ ਸੀ, ਉਹ ਰਘੁਨਾਥ ਹੀ ਤੇ ਸੀ, ਤੂੰ ਰਘੁਨਾਥ ਕਿਹਾ, ਉਹ ਆ ਕੇ ਗਵਾਹੀ ਦੇ ਗਿਆ ਔਰ ਸਾਰੇ ਚਿੱਠੇ ਮਿਲ ਗਏ, ਸਭ ਕੁਝ ਮਿਲ ਗਿਆ। ਹੁਣ ਮੇਰਾ ਤੂੰ ਭਾਈ ਦਿਮਾਗ ਨਾ ਖਾ, ਸਿਰ ਨਾ ਖਾ, ਜਾ ਹੁਣ ਤੂੰ ਪੁੱਤਰ ਜਾ, ਤੇਰਾ ਕੰਮ ਬਣ ਗਿਆ, ਜਾ ਤੈਨੂੰ ਬਰੀ ਕਰ ਦਿੱਤਾ, ਸਾਰਾ ਕੰਮ ਹੋ ਗਿਆ। ਉਹ ਆਖ ਲਗਾ ਜੱਜ ਸਾਹਿਬ ਮੈਂ ਪਛਤਾਉਣਾ, ਦੁਖੀ ਹੋਣਾ ਕਿ ਇਹ ਬੰਦਾ ਕੌਣ ਸੀ ਜਿਹੜਾ ਗਵਾਹੀ ਦੇ ਗਿਆ, ਮੈਂ ਇਹਨੂੰ ਨਹੀਂ ਜਾਣਦਾ। ਉਹ ਕਹਿੰਦੇ ਰਘੁਨਾਥ ਤੇਰੇ ਪਿੰਡ ਦਾ ਆ? ਕਹਿੰਦੇ ਮੇਰੇ ਪਿੰਡ ਦਾ ਨਹੀਂ ਹੈਗਾ। ਕਹਿੰਦੇ ਰਘੁਨਾਥ ਤੂੰ ਕਹਿੰਦਾ ਪਿਆ? ਕਹਿੰਦੇ ਮਹਾਰਾਜ ਜੱਜ ਸਾਹਿਬ ਜਿਹੜਾ ਰਘੁਨਾਥ ਮੈਂ ਕਹਿੰਦਾ ਵਾ ਉਹ ਤੇ ਭਗਵਾਨ ਹੈ ਜਿਹਨੂੰ ਮੈਂ ਮੰਨਣਾ, ਉਹ ਬੰਦਾ ਨਹੀਂ ਹੈਗਾ, ਉਹ ਤੇ ਭਗਵਾਨ ਹੈ। ਤੇ ਮੈਂ ਤਾਂ ਚੁੱਪ ਬਚਪਨ ਤੋਂ ਹੀ ਭਗਵਾਨ ਨੂੰ ਕਹਿੰਦਾ ਕਿ ਤੂੰ ਹੀ ਕਰਨ ਡਿਆ, ਤੂੰ ਹੀ ਕਰਾਉਣ ਡਿਆ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ। ਤੇ ਇਹ ਰਘੁਨਾਥ ਬੰਦਾ ਹੈ, ਮੈਂ ਤੇ ਭਗਵਾਨ ਦੀ ਗੱਲ ਕਰਦਾ ਕਿ ਹਰ ਜਗ੍ਹਾ ਮੌਜੂਦ ਹੈ। ਜੱਜ ਸਾਹਿਬ ਕੁਰਸੀ ਤੋਂ ਖੜੇ ਹੋ ਗਏ, ਹੈ ਬੁਲਾਇਆ ਪੋਸਟਮੈਨ ਨੂੰ। ਪੋਸਟਮੈਨ ਨੂੰ ਕਹਿੰਦੇ ਨੇ ਪੋਸਟਮੈਨ ਜੀ ਜਿਹੜਾ ਰਘੁਨਾਥ ਬੰਦਾ ਇੱਥੇ ਆਇਆ ਸੀ ਗਵਾਹੀ ਦੇਣ, ਤੁਸੀਂ ਵੇਖਿਆ ਸੀ? ਪੋਸਟਮੈਨ ਕਹਿੰਦਾ ਹਾਂਜੀ ਮੈਂ ਵੀ ਇੱਥੇ ਹੀ ਸੀ, ਸਾਰਾ ਪਿੰਡ ਹੀ ਆਇਆ ਦਾ ਸੀ ਕਿਉਂਕਿ ਸਭ ਨੇ ਵੇਖਣਾ ਸੀ। ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਕੋਈ ਘਰ ਦੋਸ਼ੀ ਹੋਏ ਤਾਂ ਸਾਰਾ ਪਿੰਡ ਹੀ ਤੁਰ ਪੈਂਦਾ ਸੀ। ਹਾਂਜੀ ਮੈਂ ਵੇਖਿਆ ਜੀ ਉਹਨੂੰ। ਕਹਿੰਦੇ ਉਹੀ ਬੰਦਾ ਸੀ ਜਿਹਨੂੰ ਤੁਸੀਂ ਚਿੱਠੀ ਫੜਾਈ ਸੀ? ਕਹਿੰਦੇ ਨਹੀਂ ਜੀ ਉਹ ਤੇ ਪੁਜਾਰੀ ਜੀ ਸੀ, ਤੇ ਪੁਜਾਰੀ ਨੂੰ ਮੈਂ ਚਿੱਠੀ ਫੜਾਈ ਸੀ, ਪੁਜਾਰੀ ਵੀ ਪਿੱਛੇ ਉੱਥੇ ਉਹਨੂੰ ਮੈਂ ਦੇ ਕੇ ਆਇਆ ਸੀ, ਪੁਜਾਰੀ ਨੇ ਮੈਨੂੰ ਕਿਹਾ ਠੀਕ ਹੈ। ਜੱਜ ਕਹਿਣ ਲੱਗਾ ਮੈਨੂੰ ਤੇਰੀ ਗੱਲ ਨਹੀਂ ਸਮਝ ਆਈ, ਕਿਹੜਾ ਪੁਜਾਰੀ?
ਕਹਿੰਦਾ ਜੀ ਇਹਨਾਂ ਦੇ ਪਿੰਡ ਵਿੱਚ ਰਘੁਨਾਥ ਨਾਮ ਦਾ ਬੰਦਾ ਹੀ ਕੋਈ ਨਹੀਂ ਹੈਗਾ। ਇਹ ਜੱਜ ਕਹਿਣ ਲੱਗਾ ਅੱਛਾ ਫਿਰ ਕੀ ਕਰ ਇਹ ਕੌਣ ਰਘੁਨਾਥ ਆ ਗਿਆ? ਕਹਿੰਦਾ ਜੀ ਮੈਂ ਮੰਦਿਰ 'ਚ ਦੇ ਆਇਆ ਸੀ, ਮੰਦਿਰ ਵਿੱਚ ਪੁਜਾਰੀ ਜੀ ਨੇ ਰੱਖ ਲਈ ਚਿੱਠੀ। ਕਹਿੰਦਾ ਮੈਨੂੰ ਚੱਲ ਮੰਦਿਰ ਲੈ ਕੇ ਚੱਲ। ਉੱਥੇ ਖਤਮ ਕੀਤੀ ਆਪਣੀ ਕੋਰਟ ਜੱਜ ਨੇ, ਸਿੱਧਾ ਕੋਰਟ ਤੋਂ ਮੰਦਿਰ ਵਿੱਚ ਗਏ, ਮੈਨੂੰ ਮੰਦਿਰ ਲੈ ਕੇ ਚੱਲ। ਮੰਦਿਰ ਵਿੱਚ ਗਏ, ਪੁਜਾਰੀ ਜੀ ਨੂੰ ਕਹਿੰਦੇ ਪੁਜਾਰੀ ਜੀ ਇਹ ਘਟਨਾ ਇਦਾਂ ਦਾ ਹੋਈ ਕਿ ਤੁਸੀਂ ਚਿੱਠੀ ਲਈ ਸੀ, ਇਸ ਦਾ ਹਸਤਾਖਰ ਤੁਹਾਡੇ ਨੇ? ਕਹਿੰਦੇ ਹਾਂਜੀ ਮੇਰੇ ਨੇ। ਰਘੁਨਾਥ ਕੌਣ ਹੈ? ਮਿਲਾਓ ਰਘੁਨਾਥ ਨੂੰ, ਬੁਲਾਓ ਇੱਥੇ। ਪੁਜਾਰੀ ਜੀ ਕਹਿਣ ਲੱਗੇ ਜੱਜ ਸਾਹਿਬ ਜੋੜੇ ਲਾਓ ਆਪਣੇ, ਆਓ ਤੁਹਾਨੂੰ ਮੈਂ ਮਿਲਾਨਾ। ਅੰਦਰ ਲੈ ਗਏ, ਮੂਰਤੀ ਦੇ ਅੱਗੇ ਖੜਾ ਕਰਤਾ ਕਿ ਇਹ ਹੈ ਰਘੁਨਾਥ। ਜੱਜ ਕਹਿਣ ਲੱਗੇ ਨਹੀਂ ਇਹ ਗਲਤ ਹੈ। ਉਹ ਕੌਣ ਸੀ ਗਵਾਹੀ ਦੇ ਕੇ ਗਿਆ ਜਿਹੜਾ? ਬੈਠੇ ਜੱਜ ਸਾਹਿਬ ਸਿਆਣੇ ਸਨ, ਬਸ ਰੋਣ ਲੱਗ ਪਏ, ਬਹੁਤ ਰੋਏ, ਬਹੁਤ ਰੋਏ। ਵਾਪਸ ਗਏ ਆਪਣੀ ਕੋਰਟ ਵਿੱਚ ਔਰ ਅਸਤੀਫਾ ਦੇ ਦਿੱਤਾ ਆਪਣੀ ਜ਼ਿੰਮੇਵਾਰੀ ਤੋਂ ਕਿ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ। ਸਰਕਾਰ ਨੂੰ ਲਿਖ ਕੇ ਦੇ ਦਿੱਤੀ ਕਿ ਮੈਂ ਆਪਣੀ ਰਿਟਾਇਰਮੈਂਟ ਦੀ ਇੰਤਜ਼ਾਰ ਨਹੀਂ ਕਰਨੀ, ਮੈਂ ਹੁਣੇ ਹੀ ਅਸਤੀਫਾ ਦੇ ਕੇ ਤੇ ਮੈਂ ਚੱਲਿਆ, ਮੈਂ ਨਹੀਂ ਰੁਕਣਾ। ਸਿੱਧਾ ਵਰਿੰਦਾਵਨ ਚਲੇ ਗਏ, ਉੱਥੋਂ ਨੌਕਰੀ ਛੱਡ ਕੇ। ਇਸ ਮੰਦਿਰ ਦੇ ਬਾਹਰ, ਕ੍ਰਿਸ਼ਨ ਮਹਾਰਾਜ ਦੇ ਮੰਦਿਰ ਦੇ ਬਾਹਰ ਇਹ ਰੋਜ਼ ਆਉਂਦੇ ਨੇ। ਇਹਨਾਂ ਨੇ ਚੋਲਾ ਪਾ ਲਿਆ ਸਾਧੂ ਦਾ। ਇਹ ਇੰਨਾ ਰੋਏ, ਇੰਨਾ ਰੋਏ, ਇਹਨਾਂ ਨੂੰ ਸਮਝਾਇਆ ਗਿਆ ਬੜਾ ਕੁਝ ਕਿ ਤੁਸੀਂ ਕਿਉਂ ਰੋਂਦੇ ਹੋ ਜੱਜ ਸਾਹਿਬ? ਜੱਜ ਸਾਹਿਬ ਕਹਿੰਦੇ ਨੇ ਮੈਂ ਜਦੋਂ ਮਰਨਾ, ਜਿਹਦੇ ਕੋਰਟ ਵਿੱਚ ਜਾ ਕੇ ਮੈਂ ਖੜੇ ਹੋਣਾ, ਅੱਜ ਉਹ ਮੇਰੀ ਕੋਰਟ ਵਿੱਚ ਖੜਾ ਹੋ ਆਇਆ ਤੇ ਮੈਂ ਬੈਠਾ ਰਿਹਾ, ਮੈਂ ਖੜਾ ਵੀ ਨਹੀਂ ਹੋਇਆ ਉਹਦੇ ਵਾਸਤੇ। ਹੁਣ ਮੈਂ ਇਹ ਪਛਤਾਪ ਕਰਨਾ ਕਿ ਮੈਂ ਉਹਦੇ ਦਰਵਾਜ਼ੇ ਦੇ ਬਾਹਰ ਜਾ ਕੇ ਬੈਠਣਾ ਰੋਜ਼, ਤੇ ਅੰਦਰ ਵੀ ਨਹੀਂ ਜਾਣਾ ਜਦੋਂ ਚੱਕਰ ਹੁਣ ਉਹ ਦੁਬਾਰਾ ਮੈਨੂੰ ਮਿਲੇ ਤੇ ਮੈਂ ਉਹਦੇ ਚਰਨ ਪੜ ਕੇ ਮਾਫੀ ਮੰਗ ਲਾਂ ਕਿ ਮੈਨੂੰ ਮਾਫ ਕਰ ਦੇ। ਇਹ ਘਟਨਾ ਅੱਜ ਤੋਂ 60-70 ਸਾਲ ਪੁਰਾਣੀ ਹੈ। ਸੱਚ ਆਪਣੇ ਰੂਪ ਧਾਰਨ ਕਰ ਕਰਕੇ ਭਗਤਾਂ ਨੂੰ ਬਚਾਉਣ ਵਾਸਤੇ ਪਰਮਾਤਮਾ ਬੜਾ ਕੁਝ ਕਰਦਾ ਹੈ।